ਸ਼ੂਗਰ ਦੇ ਸਪੈਸ਼ਲਿਸਟ ਡਾਕਟਰ ਮੇਜਰ NS ਬਾਜਵਾ ਸ਼ੂਗਰ ਦੀ ਬਿਮਾਰੀ ਦਾ ਐਡਵਾਂਸ ਤਕਨੀਕ ਦੇ ਨਾਲ ਕਰ ਰਹੇ ਨੇ ਉਪਚਾਰ। ਖਰੜ ਦੇ ਵਿੱਚ ਸ਼ੂਗਰ ਦੇ ਸਪੈਸ਼ਲਿਸਟ ਡਾਕਟਰ ਮੇਜਰ NS ਬਾਜਵਾ ਦੇ ਸੀਆ ਡੈਂਟਲ ਅਤੇ ਡਾਇਬੀਟੀਜ਼ ਸੈਂਟਰ ਵਿੱਚ ਅੱਜ ਕੀਤਾ ਨਿਊਜ਼ ਇੰਡੀਆ ਟਾਈਮ ਦੀ ਟੀਮ ਨੇ ਵਿਸ਼ੇਸ਼ ਦੌਰਾ, ਜਿਸ ਵਿੱਚ ਸ਼ੂਗਰ ਦੀ ਬਿਮਾਰੀ ਬਾਰੇ ਡਾਕਟਰ ਬਾਜਵਾ ਤੇ ਵਿਸ਼ੇਸ਼ ਰੂਪ ਤੋਂ ਆਏ ਅੱਖਾਂ ਦੇ ਡਾਕਟਰ ਅਨੁਰਾਗ ਸਿੰਘ ਤੋਂ ਇਲਾਵਾ ਬਹੁਤ ਸਾਰੇ ਮਰੀਜ਼ਾਂ ਨਾਲ ਗੱਲਬਾਤ ਕਰਕੇ ਜਾਣਿਆ ਕਿ ਉਹ ਸ਼ੂਗਰ ਦੇ ਇਲਾਜ ਕੁਝ ਨਵੇਕਲੇ ਢੰਗ ਨਾਲ ਕਰਦੇ ਹਨ, ਜਿਸ ਦਾ ਕਿ ਸਕਸੈਸ ਰੇਟ 100% ਹੈ। ਇਸ ਦੀ ਵਧੇਰੇ ਜਾਣਕਾਰੀ ਲਈ ਵਿਖਾਉਂਦੇ ਹਾਂ ਨਿਊਜ਼ ਇੰਡੀਆ ਟਾਈਮ ਦੇ ਕੈਮਰੇ ਦੀ ਨਜ਼ਰ ਤੋਂ। ਜਿਹੜੀ ਡਾਇਬੀਟੀਜ਼ ਹੈਗੀ ਹੈ ਬੇਸਿਕਲੀ ਇਹ ਕੋਈ ਇੱਦਾਂ ਨਹੀਂ ਕਿ ਖਾਲੀ ਸ਼ੂਗਰ ਹੀ ਰੈਗੂਲੇਟ ਕਰਨੀ ਹੈ। ਇਹਦੇ ਵਿੱਚ ਬਹੁਤ ਸਾਰੇ ਟਾਰਗੇਟ ਆਰਗਨਸ ਹੁੰਦੇ ਆ, ਜਦੋਂ ਇਹ ਵੱਧਦੀ ਹੈ ਉਹਨਾਂ ਨੂੰ ਤਾਂ ਇਫੈਕਟ ਕਰਦੀ ਹੈ। ਮੇਨ ਜਿਹੜੇ ਹੁੰਦੇ, ਇੱਕ ਤਾਂ ਹੁੰਦਾ ਰੈਟਨਾ ਉਹ ਹੁੰਦਾ ਅੱਖ ਦਾ ਪਰਦਾ, ਤੇ ਜਦੋਂ ਸ਼ੂਗਰ ਜਿਹੜੀ 3 ਮਹੀਨੇ ਵਾਲੀ ਐਵਰੇਜ ਸ਼ੂਗਰ ਆ ਉਹ 7 ਤੋਂ ਉੱਪਰ ਚੱਲਦੀ ਹੈ ਤਾਂ ਜਿਹੜਾ ਰੈਟਨਾ ਹੈਗਾ ਉਹ ਖਰਾਬ ਹੋਣਾ ਸ਼ੁਰੂ ਹੋ ਜਾਂਦਾ। ਉਹ ਇੱਧਰ ਤੁਸੀਂ ਜਾਓਗੇ ਤਾਂ ਦੇਖੋਗੇ ਡਾਕਟਰ ਸਾਹਿਬ ਤੌਰ ਤੇ ਤਾਂ ਸਿਰਫ ਇੱਕ ਟੈਸਟ ਹੀ ਕੀਤਾ ਜਾਂਦਾ ਹੈ ਕਿ ਆ ਟੈਸਟ ਕਰਵਾ ਲਿਓ ਜੀ, ਤੇ ਉਹਦੇ ਤੇ ਪਤਾ ਲੱਗ ਜਾਂਦਾ ਕਿੰਨੀ ਹੈਗੀ ਜੀ, 130 ਤੋਂ ਪਲੱਸ ਹੈਗੀ ਜੀ ਜਾਂ 130 ਤੋਂ ਥੱਲੇ ਹੈਗੀ ਜਿੱਦਾਂ ਨਾਰਮਲ ਹੈਗੀ ਜੀ, ਇਸ ਤਰ੍ਹਾਂ ਦਾ ਕੁਝ ਹੁੰਦਾ ਆਮ ਤੌਰ ਤੇ ਨਹੀਂ, ਇਹ ਤਾਂ ਹੋਲਿਸਟਿਕ ਕੇਅਰ ਮੰਗਦਾ ਹੈ ਕਿ ਉਹ ਸਾਡੇ ਜਿਹੜਾ ਕੇਅਰ ਹੈਗਾ ਇਹਦੇ ਵਿੱਚ ਆਪਾਂ ਡਾਇਬੀਟੀਜ਼ ਦੇ ਸਾਰੇ ਵਿੰਗਸ ਟੱਚ ਕਰੀਦੇ ਆ। ਜਿਹੜਾ ਤੁਸੀਂ ਕਹਿੰਦੇ ਕਿ ਪੈਰ ਤੇ ਟੱਚ ਕਰਦਾ ਸੀ, ਉਹ ਮੈਂ ਦੇਖਦਾ ਸੀ ਕਿ ਜਿਹੜੀਆਂ ਇਹਨਾਂ ਦੇ ਨਰਵਸ ਹੈਗੀਆਂ ਇੰਟੈਕਟ ਹੈ, ਇਹਨਾਂ ਦਾ ਜਿਹੜਾ ਸੈਂਸਰੀ ਲਾਸ ਤਾਂ ਨਹੀਂ ਹੈਗਾ, ਸੁੰਨਪੁਣਾ ਤਾਂ ਨਹੀਂ ਆ ਗਿਆ, ਇਹਨਾਂ ਦਾ ਠੀਕ ਹੈ, ਰਿਸਪੌਂਡ ਕਰਦੇ ਆ। ਹੁਣ ਇਹਨਾਂ ਦਾ ਅੱਖਾਂ ਪਰਦਾ ਚੈੱਕ ਹੋਏਗਾ, ਉੱਥੋਂ ਪਤਾ ਲੱਗੇਗਾ ਸ਼ੂਗਰ ਵਧੀ ਹੋਣ ਕਰਕੇ ਅੱਖ ਦੇ ਪਰਦੇ ਤੇ ਕਿਤੇ ਇਫੈਕਟ ਤਾਂ ਨਹੀਂ ਆ ਗਿਆ। ਕੋਲ ਅੱਖਾਂ ਦੇ ਡਾਕਟਰਸ ਵੀ ਹੈਗੇ ਆ ਜੀ? ਹਾਂਜੀ ਬੈਠੇ ਹੋਏ ਉਹ ਹੋਲਿਸਟਿਕ ਡਾਇਬੀਟੀਜ਼ ਕੇਅਰ ਹੈਗੀ ਹੈ ਤੇ ਅੱਖਾਂ ਦਾ ਪਰਦਾ ਵੀ ਚੈੱਕ ਹੁੰਦਾ ਇੱਥੇ। ਹਾਂਜੀ। ਤੁਸੀਂ ਕਿੱਥੋਂ ਆਏ ਹੋ ਤੇ ਕੀ ਤੁਹਾਡਾ ਸ਼ੁਭ ਨਾਮ ਹੈ? ਅੰਬਾਲਾ ਤੋਂ ਆਇਆ ਜੀ, ਨੀਲਮ ਰਾਣੀ ਹੈ। ਇਹ ਮੈਮ ਕੀ ਪ੍ਰੋਬਲਮ ਸੀ ਤੁਹਾਨੂੰ ਤੇ ਕਿੰਨੇ ਟਾਈਮ ਤੋਂ ਇਸ ਸ਼ੂਗਰ ਹੀ ਸੀ ਮੈਨੂੰ, ਕਾਫੀ ਦੇਰ ਦੀ ਸ਼ੂਗਰ ਸੀ। ਕਿੰਨੀ ਸ਼ੂਗਰ ਸੀ ਜੀ ਉਸ ਟਾਈਮ ਤੁਹਾਡੀ? 500 ਉੱਪਰ ਹੀ ਸੀ। 500 ਪਲੱਸ? ਹਾਂਜੀ। ਸੋ ਕਿੰਨਾ ਟਾਈਮ ਹੋ ਗਿਆ ਇਸ ਗੱਲ ਨੂੰ? ਮਹੀਨਾ 1.5-2 ਮਹੀਨੇ ਹੋ ਗਏ ਆ ਜਾਂ। ਹੁਣ ਕਿੰਨੀ ਹੈ ਜੀ? ਹੁਣ ਤਾਂ 90 ਆਈ ਹੈ। 90 ਆਈ ਹੈ? ਹਾਂਜੀ। 90 ਤਾਂ ਯਾਨੀ ਘਟ ਗਈ ਉਸ ਨੂੰ ਹਾਂਜੀ। ਸੋ 1.5 ਮਹੀਨੇ ਚ ਇਹਨਾਂ ਦਾ ਰਿਜ਼ਲਟ ਆ ਸਕਦਾ ਹੈ। ਇਹਦੇ ਲਈ ਕੀ ਟ੍ਰੀਟਮੈਂਟ ਦਿੱਤਾ ਗਿਆ ਤੁਹਾਨੂੰ? बस परहेज दी है खाने पीने की, कुछ दवाइयाँ बहुत अच्छी, मेरे को बहुत अच्छा लगा यहाँ के। सो ਤੁਹਾਨੂੰ 1.5 ਮਹੀਨੇ ਚ ਇੰਨਾ ਅਸਰ ਪਿਆ ਤਾਂ ਤੁਸੀਂ ਕੀ ਕਹਿਣਾ ਚਾਹੋਗੇ ਕਿ ਇਹ ਹਸਪੀਟਲ ਦਾ ਕੀ ਰਿਜ਼ਲਟ ਨੇ? बहुत अच्छा है जी। ਹੋਰ ਵੀ ਕਿਸੇ ਪੇਸ਼ੈਂਟ ਨਾਲ ਗੱਲ ਕੀਤੀ ਜਿਸ ਨੇ ਤੁਹਾਨੂੰ ਦੱਸਿਆ ਹੋਵੇਗਾ ਉਹਨਾਂ ਨੇ ਕੀ हाँ, ਦੱਸਿਆ? हमारे यहाँ लड़की रहती है ਜੀ, उन्होंने बताया था। उन्होंने भी कोई रिजल्ट्स हाँ जी, सुनी सुनाई गल नहीं उन्होंने भी यहाँ कराया ट्रीटमेंट। फतेहगढ़ जसमीत सिंह मेरा नाम है। हाँ जी। फतेहगढ़ साहब नाल पिंड आदमपुर। आदमपुर तो आए? हाँ जी, जो पटियाला रोड पे? पटियाला रोड पे। सर की प्रॉब्लम सी? शुगर की प्रॉब्लम थी मैंने ज़्यादा। कितनी शुगर सी? शुगर 3 महीने वाली 13.5 पॉइंट थी। बहुत ज़्यादा सी? हाँ जी। बाकी 200-250-300 हो जाती थी। ठीक है जी। ਤੇ ਹੁਣ ਕੀ ਪੋਜੀਸ਼ਨ ਹੈ? ਹੁਣ ਪੋਜੀਸ਼ਨ ਇਹ ਆ ਵੀ ਮੇਰੀ ਜਿਹੜੀ 13.5 ਵਾਲੀ ਦੀ 3 ਮਹੀਨੇ ਵਾਲੀ ਉਹ ਮੇਰੀ 7 ਤੇ 3 ਪੁਆਇੰਟ ਆ। ਠੀਕ ਹੈ। ਬਾਕੀ ਦੂਈ ਮੇਰੀ ਹੈਗੀ ਕਾਫੀ ਡਾਊਨ ਆ ਚੁੱਕੀ ਹੈ। ਹਾਂਜੀ। ਦੂਈ ਹੈਗੀ ਖਾਲੀ ਵੇਟ ਵਾਲੀ 125। ਸੋ ਤੁਸੀਂ ਕਿੰਨੇ ਕੁ ਸੈਟੀਸਫਾਈ ਹੋ ਇਹਨਾਂ ਤੋਂ? ਤੇ ਜਿਹੜੇ ਸਾਡੇ ਦਰਸ਼ਕ ਦੇਖ ਰਹੇ ਨੇ ਤੁਹਾਨੂੰ ਲਾਈਵ, ਉਹਨਾਂ ਨੂੰ ਕੀ ਕਹਿਣਾ ਚਾਹੋ? ਕਿਸ ਲਈ? ਮੈਂ ਕਹਿੰਦਾ ਵੀ ਠੀਕ ਹੈ ਡਾਕਟਰ ਸਾਹਿਬ, ਇਹ ਜਿਹੜੇ ਡਾਕਟਰ ਸਾਹਿਬ ਹੈ ਨਹੀਂ, ਦਵਾਈ ਵੀ ਹਿਸਾਬ ਦੀ ਦਿੰਦੇ ਨੇ, ਬਹੁਤ ਵਧੀਆ ਦਿੰਦੇ ਨੇ, ਪਰਹੇਜ਼ ਸਹੀ ਤਰੀਕੇ ਨਾਲ ਪਰਹੇਜ਼ ਕਰਾਉਂਦੇ ਨੇ ਜ਼ਿਆਦਾ। ਠੀਕ ਹੈ ਜੀ। ਹਾਂਜੀ। ਸੋ ਬਹੁਤ ਬਹੁਤ ਧੰਨਵਾਦ ਜੀ। ਨਮਸਕਾਰ ਜੀ। ਨਮਸਕਾਰ ਜੀ। ਸਰ ਅੱਜ ਅਸੀਂ ਦੇਖ ਰਹੇ ਹਾਂ ਤੁਸੀਂ ਸੀਆ ਡੈਂਟਲ ਐਂਡ ਡਾਇਬੀਟਿਕ ਸੈਂਟਰ ਦੇ ਵਿੱਚ ਬੈਠੇ ਹੋ ਜੀ। ਤੇ ਅਸੀਂ ਵੀ ਅਚਾਨਕ ਸਰਵੇ ਵਾਸਤੇ ਆਏ ਸੀ ਨਿਊਜ਼ ਇੰਡੀਆ ਟਾਈਮ ਤੋਂ। ਤੇ ਤੁਹਾਡਾ ਸ਼ੁਭ ਨਾਮ ਕੀ ਹੈ ਜੀ? मेरा नाम जी जसवंत सिंह गिल जी। ਸਰ ਕਿੱਥੋਂ ਆਏ ਹੋ? मैं सर पटियाले तो जी, ਪਟਿਆਲੇ ਤੋਂ प्रॉपर पटियाले शहर तो जी। ਸੋ ਤੁਸੀਂ ਪਟਿਆਲਾ ਫਤਿਹਗੜ੍ਹ ਸਾਹਿਬ 2 ਸਟੇਸ਼ਨ ਛੱਡ ਕੇ ਇੱਥੇ ਪਹੁੰਚੇ ਹੋ ਜੀ। ਇਸ ਦਾ ਕੀ ਕਾਰਨ ਹੈ ਕਿ ਕੀ ਤੁਹਾਡੀ ਮੇਨ ਪ੍ਰੋਬਲਮ ਸੀ? सर ਇੱਥੇ ਨਾ ਮੇਰਾ ਇੱਕ ਫਰੈਂਡ ਆ, ਉਹ ਮੈਡੀਸਿਨ ਇੱਥੋਂ ਲੈ ਰਿਹਾ ਸੀਗਾ ਜੀ, ਉਹਨਾਂ ਨੂੰ ਕਾਫੀ ਫਰਕ ਪਿਆ ਸੀਗਾ ਜੀ। ਤੇ ਮੈਨੂੰ ਵੀ ਸ਼ੂਗਰ ਦੀ ਪ੍ਰੋਬਲਮ ਸੀਗੀ ਜੀ। ਮੇਰੇ ਸ਼ੂਗਰ ਸੀ ਤੁਹਾਡੀ? ਹਾਂਜੀ, ਸ਼ੂਗਰ ਮੇਰੀ ਕਦੀ 250 ਹੋ ਜਾਂਦੀ ਸੀ ਜੀ, ਕਦੀ 270 ਜੀ। ਉਹਦੇ ਨਾਲ ਕੀ ਪ੍ਰੋਬਲਮ ਆ ਰਹੀ ਸੀ ਤੁਹਾਨੂੰ? ਉਹਦੇ ਨਾਲ ਮੇਰੇ ਪੈਰ ਜੇ ਸੁੰਨ ਜਿਹੇ ਹੋਣ ਲੱਗੇ ਸੀਗੇ ਜੀ, ਅੱਖਾਂ ਤੇ ਵੀ ਧੁੰਦਲਾ ਜਿਹੇ ਦਿਖਣ ਲੱਗਾ ਸੀਗਾ ਜੀ। ਠੀਕ ਹੈ ਜੀ। ਹਾਂਜੀ। ਇਹ ਕਿੰਨੇ ਟਾਈਮ ਦਵਾਈ ਲਈ ਹੈ ਤੁਸੀਂ? ਮੈਂ ਸਰ 3 ਵੀਕ ਹੋ ਗਏ ਦਵਾਈ ਲਈ ਨੂੰ ਜੀ। ਤੇ ਮਤਲਬ ਉਹਨਾਂ ਨੇ ਡਾਕਟਰ ਸਾਹਿਬ ਨੇ ਅੱਖਾਂ ਵੀ ਮੇਰੀਆਂ ਚੈੱਕ ਕੀਤੀਆਂ ਨੇ ਜੀ। ਉਹ ਕਹਿੰਦੇ ਜੀ ਬਿਲਕੁਲ ਠੀਕ ਹੈ ਜੀ। ਉਸ ਤੋਂ ਬਾਅਦ ਉਹਨਾਂ ਨੇ ਆਪਣਾ
ਉਹ ਵੀ ਆਪਣਾ ਕਿਡਨੀ ਵੀ ਚੈੱਕ ਕੀਤੀਆਂ ਨੇ ਜੀ, ਟੈਸਟ ਟੂਸਟ ਜਿਹੜੇ ਸੀਗੇ ਜੀ। ਤੇ ਜਦੋਂ ਮੈਂ ਇੱਥੇ ਆਇਆ ਸੀ ਉਦੋਂ ਮੇਰੀ ਸ਼ੂਗਰ ਸੀਗੀ 278 ਸੀਗੀ ਜੀ। ਤੇ ਇਹਨਾਂ ਨੇ ਮੈਨੂੰ ਦਵਾਈ ਦਿੱਤੀ ਜੀ। ਦਵਾਈ ਦੇਣ ਦੇ ਨਾਲ ਮੇਰੀ ਸ਼ੂਗਰ ਜਿਹੜੀ ਸੀਗੀ ਉਹ ਤਕਰੀਬਨ 190 ਹੈਗੀ ਸੀਗੀ ਜੀ। ਇਹ ਅੱਜ ਦੀ ਕੀ ਰਿਪੋਰਟ ਹੈ ਤੁਹਾਡੀ? ਅੱਜ ਮੇਰੀ ਟੋਟਲ 90 ਹੈ ਜੀ। ਟੋਟਲ 90 ਅੱਜ ਮੇਰੀ, ਹਾਂ ਬਿਲਕੁਲ, ਆਹ ਦੇਖੋ ਰਿਪੋਰਟ ਹੈ ਜੀ। ਯਾਨੀ ਹੁਣ ਮਾਈਨਸ ਹੋ ਗਈ। ਹਾਂ ਜੀ, ਹਾਂ ਡਾਕਟਰ ਸਾਹਿਬ, ਅੱਜ ਡਾਕਟਰ ਸਾਹਿਬ ਕਹਿੰਦੇ ਵੀ ਮਾਈਨਸ ਹੋ ਗਈ ਜੀ। ਇਹ ਦੇਖੋ ਜੀ। ਇਹਦੇ ਤੁਹਾਨੂੰ ਪਰਹੇਜ਼ ਕੀ ਦੱਸੇ ਨੇ ਉਹਨਾਂ ਨੇ? ਸਰ ਡਾਕਟਰ ਸਾਹਿਬ ਨੇ ਪਰਹੇਜ਼ ਤਾਂ ਮੈਨੂੰ ਕੋਈ ਖਾਸ ਨਹੀਂ ਦੱਸੇ ਜੀ। ਤੇ ਇੱਕ ਤਾਂ ਮੈਡੀਸਨ ਦੱਸੀ ਜੀ, ਇੱਕ ਸੈਰ ਵਾਸਤੇ ਕਿਹਾ ਸੀਗਾ ਜੀ। ਠੀਕ ਹੈ ਜੀ। ਤੇ ਮਿੱਠਾ ਤੇ ਆਪਾਂ ਪਹਿਲੇ ਵੀ ਨਹੀਂ ਸੀ ਲੈਂਦੇ ਜੀ। ਤੇ ਚਾਹ ਜਿਵੇਂ ਅੱਗੇ ਮੈਂ 4-5 ਵਾਰੀ ਪੀ ਲੈਂਦਾ ਸੀ, ਹੁਣ ਮੈਂ ਚਾਹ 2 ਵਾਰੀ ਕਰਤੀ ਜੀ। ਤੇ ਸੈਰ ਜਿਹੜੀ ਆ ਰੂਟੀਨ ਦੇ ਵਿੱਚ ਘੰਟਾ ਸਵੇਰੇ। ਚਾਹ ਤਾਂ ਤੁਸੀਂ ਫਿੱਕੀ ਪੀਂਦੇ ਹੋ ਨਾ, ਫਿਰ ਦੋ ਨਹੀਂ ਜੀ, ਨਹੀਂ। ਚਾਰ ਵਾਰ ਕੀ ਫਰਕ ਪੈਂਦਾ? ਨਹੀਂ ਸਰ, ਚਾਹ ਦਾ ਕੋਈ, ਮੈਂ ਚਾਹ ਕਦੀ ਫਿੱਕੀ ਨਹੀਂ ਪੀਤੀ ਜੀ। ਘਰੇ ਤਾਂ ਆਪਾਂ ਫਿੱਕੀ ਪੀ ਲਾਂਗੇ ਹੁਣ, ਤੇ ਕੰਮਕਾਰ ਵੀ ਇਦਾਂ ਦਾ ਹੀ ਆਪਣਾ ਜੀ, ਵੀ ਜੇ ਕਿਤੇ ਬਹਿ ਗਏ ਉੱਥੇ ਆਪਾਂ ਕਹਿ ਨਹੀਂ ਕੰਮ ਸਕਦੇ। ਕਰਦੇ ਹੋ ਤੁਸੀਂ? ਮੇਰਾ ਜੀ ਥੋੜਾ ਟਰਾਂਸਪੋਰਟ ਦਾ ਕੰਮ ਦੇ ਨਾਲ ਹੈਗਾ ਜੀ। ਠੀਕ ਹੈ ਜੀ। ਹਾਂਜੀ। ਸੋ ਹੁਣ ਤੁਸੀਂ ਕਿੱਦਾਂ ਮਹਿਸੂਸ ਕਰਦੇ ਹੋ? ਮੈਂ ਸਰ ਪਹਿਲਾਂ ਨਾਲੋਂ ਬਹੁਤ ਬੈਟਰ ਫੀਲ ਕਰਦਾ ਜੀ। ਸਰ ਸਾਡੇ ਬਹੁਤ ਸਾਰੇ ਦਰਸ਼ਕ ਤੁਹਾਨੂੰ ਲਾਈਵ ਦੇਖ ਰਹੇ ਨੇ ਜੀ ਸਰ। ਤੇ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ? ਮੈਂ ਤਾਂ ਜੀ ਇਹੋ ਕਹਿਣਾ ਚਾਹੁੰਦਾ ਕਿ ਅਗਰ ਕੋਈ ਸ਼ੂਗਰ ਦਾ ਪੇਸ਼ੈਂਟ ਹੈਗਾ ਜੀ, ਉਹ ਆਪਣਾ ਜਿੰਨੀ ਜਲਦੀ ਹੋ ਸਕਦਾ ਡਾਕਟਰ ਸਾਹਿਬ ਨੂੰ ਮਿਲ ਲਓ ਜੀ। ਕਿ ਡਾਕਟਰ ਸਾਹਿਬ ਜਿਹੜੇ ਇਹਨਾਂ ਦੀ ਜਿਹੜੀ ਟ੍ਰੀਟਮੈਂਟ ਕਰਨ ਦਾ ਤਰੀਕਾ ਜਿਹੜਾ ਨਹੀਂ, ਉਹ ਇੱਕ ਬਹੁਤ ਹੀ ਵਧੀਆ ਤਰੀਕਾ ਔਰ ਅਨੋਖਾ ਤਰੀਕਾ ਜੀ। ਪਲੱਸ ਜਿਹੜਾ ਇੱਥੋਂ ਦਾ ਸਟਾਫ ਹੈ ਜੀ, ਸਟਾਫ ਬਹੁਤ ਹੀ ਵਧੀਆ ਜੀ। ਮਤਲਬ ਤੁਸੀਂ ਇਹ ਹੈ ਵੀ ਇੱਥੋਂ ਦੇ ਸਟਾਫ ਨੂੰ ਮਿਲ ਕੇ ਤੁਹਾਡੀ ਜਿਹੜੀ ਸ਼ੂਗਰ ਹੈ ਜੀ ਉਹ ਅੱਧੀ ਹੋ ਜਾਂਦੀ ਹੈ ਜੀ। ਮਤਲਬ ਇਹ ਤੁਸੀਂ ਲੈ ਲਓ ਜੀ। ਤੇ ਡਾਕਟਰ ਸਾਹਿਬ ਵੀ ਉਹਨੇ ਵਧੀਆ ਨੇ ਜੀ, ਕਿ ਡਾਕਟਰ ਸਾਹਿਬ ਦੀ ਜਿਹੜੀ ਡੀਲਿੰਗ ਆ, ਬੋਲ ਚਾਲ ਹੈਗੀ ਹੈ ਜੀ, ਉਹਦੇ ਨਾਲ ਬੰਦਾ ਵੈਸੇ ਨੋਰਮਲ ਹੋ ਜਾਂਦਾ। ਮੈਂ ਜਦੋਂ ਆਇਆ ਸੀ ਪਹਿਲਾਂ ਮੈਂ ਬੜਾ ਪਰੇਸ਼ਾਨ ਸੀ। ਡਾਕਟਰ ਸਾਹਿਬ ਨੇ ਮੈਨੂੰ ਕਿਹਾ ਕੋਈ ਗੱਲ ਨਹੀਂ, ਘਬਰਾ ਨਾ ਤੂੰ, ਅੱਜ ਪਹਿਲੀ ਵਾਰੀ ਆਇਆ ਤੂੰ, ਦੂਜੀ ਵਾਰ ਮੈਂ ਵਾਕਈ ਜਦੋਂ ਮੈਂ ਸੈਕਿੰਡ ਟਾਈਮ ਆਇਆ ਜੀ, ਤੇ ਮੈਨੂੰ 100 ਦਾ ਤਕਰੀਬਨ ਫਰਕ ਪੈ ਗਿਆ ਸੀਗਾ ਸ਼ੂਗਰ ਦਾ ਜੀ। ਤੇ ਅੱਜ ਮੈਂ ਅੱਜ ਬਿਲਕੁਲ ਨੋਰਮਲ ਹੈ ਜੀ। ਤੇ ਮੈਨੂੰ ਇਸ ਗੱਲ ਦੀ ਖੁਸ਼ੀ ਹੋ ਰਹੀ ਹੈ ਜੀ। ਤੇ ਮੈਂ ਇਹੋ ਗੱਲ ਬੇਨਤੀ ਕਰਦਾ ਕਿ ਜਦੋਂ ਜਿਹੜਾ ਬੰਦਾ ਵੀ ਇਸ ਦਾ ਪ੍ਰੋਬਲਮ ਹੈਗੀ, ਜਿਹਨੂੰ ਸ਼ੂਗਰ ਦੀ ਪ੍ਰੋਬਲਮ ਹੈਗੀ ਜੀ, ਉਹ ਇੱਥੇ ਆਓ ਜੀ। ਜਿਹੜੀ ਚੀਜ਼ ਹੈ ਨਾ, ਮੈਂ ਇੱਥੇ ਦੇਖੀ ਡਾਕਟਰ ਸਾਹਿਬ ਕੋਲ ਜੀ, ਮੈਂ ਸ਼ੂਗਰ ਦੀ ਤਕਰੀਬਨ ਮੇਰੀ ਪ੍ਰੋਬਲਮ ਹੈਗੀ ਹੈ ਜੀ, ਤਕਰੀਬਨ ਦੇਖੋ ਜੀ 12-13 ਤੋਂ ਮੈਨੂੰ ਪ੍ਰੋਬਲਮ ਸ਼ੂਗਰ ਦੀ ਸੀਗੀ ਜੀ। ਮੈਂ ਪਟਿਆਲੇ ਵੀ ਡਾਕਟਰਾਂ ਨੂੰ ਦਿਖਾਇਆ ਸੀ। ਜਿਹੜੀ ਟ੍ਰੀਟਮੈਂਟ, ਜਿਹੜਾ ਟੈਸਟ ਇਹਨਾਂ ਨੇ ਮੈਨੂੰ ਕਿਹਾ ਜੀ, ਉਹ ਅਜੇ ਤੱਕ ਮੈਂ ਸੁਣਿਆ ਨਹੀਂ ਹੈਗਾ ਜੀ। ਮਤਲਬ ਮੈਂ ਨਹੀਂ ਸੁਣਿਆ, ਲੋਕਾਂ ਦਾ ਨਹੀਂ ਮੈਨੂੰ ਪਤਾ, ਮੈਂ ਨਹੀਂ ਸੁਣਿਆ ਸੀ। ਉਹ ਮੈਨੂੰ ਮੇਰੇ ਫਰੈਂਡ ਕਹਿੰਦਾ ਵੀ ਤੂੰ ਉਹ ਡਾਕਟਰ ਸਾਹਿਬ ਕੋਲ ਅਗਰ ਜਾਣਾ ਚਾਹੁੰਦਾ ਨਾ, ਤੇ ਇਹ ਟੈਸਟ ਕਰਾ ਲਾ, ਟੈਸਟ ਕਰਾ ਕੇ ਤਾਂ ਜਾਈ, ਤੇ ਤੇਰਾ ਟਾਈਮ ਬਚੇਗਾ। ਫਿਰ ਮੈਂ ਉਹ ਟੈਸਟ ਉੱਥੋਂ ਕਰਾ ਕੇ ਆਇਆ ਸੀਗਾ ਜੀ। ਤੇ ਆਇਆ ਤੇ ਮੈਨੂੰ ਉਹਨਾਂ ਨੇ ਟ੍ਰੀਟਮੈਂਟ ਦਿੱਤੀ ਹੈ ਜੀ, ਤੇ ਬਹੁਤ ਵਧੀਆ ਮੈਨੂੰ ਲੱਗਾ। ਟੈਸਟ ਦੱਸਦੇ ਨੇ ਉਹ ਇੱਥੇ ਅੰਦਰ ਹੀ ਕਰਾਣੇ ਪੈਂਦੇ ਨੇ, ਜਿੱਥੋਂ ਮਰਜ਼ੀ ਕਰਵਾ ਸਕਦੇ ਨਹੀਂ, ਡਾਕਟਰ ਸਾਹਿਬ ਕਹਿੰਦੇ ਤੁਸੀਂ ਜਿੱਥੋਂ ਮਰਜ਼ੀ ਕਰਾਓ, ਪਰ ਉਹ ਲਾਲ ਪੈਥ ਤੋਂ ਕਰਾਣੇ ਪੈਣਗੇ। ਡਾਕਟਰ ਸਾਹਿਬ ਦੀ ਇਹ ਨਹੀਂ ਹੈਗਾ, ਕਹਿੰਦੇ ਵੀ ਤੁਸੀਂ ਦਵਾਈ ਇੱਥੋਂ ਲਵੋ ਜਾਂ ਨਾ ਲਵੋ, ਦਵਾਈ ਜਿੱਥੋਂ ਮਰਜ਼ੀ ਲੈ ਲਓ, ਉਹਦੀ ਕੋਈ ਪ੍ਰੋਬਲਮ ਨਹੀਂ ਹੈਗੀ ਦਵਾਈ ਜੀ। ਵੀ ਲਿਖ ਕੇ ਦਿੰਦੇ ਨੇ? ਹਾਂਜੀ, ਦਵਾਈ ਵੀ ਲਿਖ ਹਾਂ ਬਿਲਕੁਲ ਦਵਾਈ ਲਿਖ ਕੇ ਦਿੰਦੇ ਨੇ ਜੀ। ਮਤਲਬ ਸਿਰਫ ਉਹ ਆਪਣੀ ਫੀਸ ਦਿੰਦੇ ਨੇ, ਜੋ ਦੇਖਣ ਦੀ ਵਿਜ਼ਿਟਿੰਗ ਫੀਸ ਹੈ ਬਸ ਹਾਂਜੀ। ਦਵਾਈ ਵੀ ਮਤਲਬ ਦਿੰਦੇ ਨੇ। ਔਰ ਜੇ ਤੁਹਾਨੂੰ ਕਿਡਨੀ ਦੀ ਪ੍ਰੋਬਲਮ, ਉਹਦੀ ਵੀ ਟ੍ਰੀਟਮੈਂਟ ਕਰਦੀ। ਅੱਖਾਂ ਦੀ ਜੇ ਤੁਹਾਨੂੰ ਪ੍ਰੋਬਲਮ ਆ ਗਈ ਮੰਨ ਲਓ ਟੈਸਟ ਵਿੱਚ, ਉਹ ਵੀ ਦਿੰਦੇ ਟ੍ਰੀਟਮੈਂਟ ਦਿੰਦੇ ਨੇ ਜੀ। ਹਾਂਜੀ। ਤੇ ਇਹ ਆਪਾਂ ਨੂੰ ਮਤਲਬ ਕਿ ਮੈਨੂੰ ਤਾਂ ਬਹੁਤ ਵਧੀਆ ਲੱਗਿਆ ਜੀ, ਕਿਉਂਕਿ ਮੈਂ ਮਤਲਬ ਸੋਚ ਨਹੀਂ ਸਕਦਾ ਜ਼ਿੰਦਗੀ 'ਚ ਕਿ ਮੇਰੀ ਸ਼ੂਗਰ 90 ਹੋ ਜਾਏਗੀ ਜੀ। ਤੁਸੀਂ ਹੋਰ ਵੀ ਅੱਗੇ ਲੋਕਾਂ ਨੂੰ ਦੱਸਿਆ ਹੋਣਾ ਇਹਦੇ ਬਾਰੇ ਕਿਸੇ? ਮੈਂ ਸਰ ਦੱਸਿਆ ਹਾਂਜੀ। ਮੈਂ ਐਕਚੁਅਲੀ ਮੈਂ ਬਿਲੋਂਗ ਟੂ ਗੁਰਦਾਸਪੁਰ ਕਰਦਾ ਜੀ, ਤੇ ਮੇਰੇ ਉੱਥੋਂ ਰਿਸ਼ਤੇਦਾਰ ਹੈਗੇ ਨੇ, ਉਹਨਾਂ ਨੂੰ ਵੀ ਮੈਂ ਦੱਸਿਆ ਜੀ। ਉਹ ਵੀ ਕਹਿੰਦੇ ਅਸੀਂ ਆਵਾਂਗੇ ਦੇਖਣ ਵਾਸਤੇ, ਮਤਲਬ ਡਾਕਟਰ ਸਾਹਿਬ ਨੂੰ ਮਿਲਣ ਵਾਸਤੇ ਜੀ। ਥੈਂਕ ਯੂ ਸਰ, ਥੈਂਕ ਯੂ ਵੈਰੀ ਮਚ। ਕੁਝ ਹਸਪੀਟਲਸ ਦੇ ਡਾਕਟਰਸ ਦੇ ਸਰਵੇ ਕਰ ਰਹੇ ਹਨ ਕਿ ਕਿੱਥੇ ਕੀ ਰਿਸਪੌਂਸ ਆ ਰਿਹਾ ਹੈ, ਪੇਸ਼ੈਂਟਸ ਦੇ ਰਿਵਿਊ ਵੀ ਕਰ ਰਹੇ ਹਾਂ। ਤੇ ਉਸ ਦੇ ਵਿੱਚ ਇੱਕ ਵਿਸ਼ੇਸ਼ ਚੀਜ਼ ਮੈਂ ਜਾਣਨਾ ਚਾਹੁੰਦਾ, ਕਿਉਂਕਿ ਤੁਸੀਂ ਡਾਕਟਰ, ਅੱਖਾਂ ਦੇ ਡਾਕਟਰ ਹੋ। ਸਭ ਤੋਂ ਪਹਿਲਾਂ ਤੁਸੀਂ ਆਪਣਾ ਨਾਮ ਦੱਸ ਦਿਓ ਜੀ। ਮੇਰਾ ਨਾਮ ਡਾਕਟਰ ਅਨੁਰਾਗ ਸਿੰਘ ਹੈ। ਅਨੁਰਾਗ ਸਰ, ਸਭ ਤੋਂ ਵੱਡੀ ਗੱਲ ਇਹ ਪੁੱਛਣਾ ਚਾਹੁੰਦਾ ਮੈਂ ਕਿ ਸ਼ੂਗਰ ਦਾ ਤੇ ਅੱਖਾਂ ਦਾ ਕੀ ਕੰਸਰਨ ਹੈ ਆਪਸ ਦੇ ਵਿੱਚ, ਤੇ ਜਿਨ੍ਹਾਂ ਨੂੰ ਸ਼ੂਗਰ ਹੁੰਦੀ ਹੈ ਉਹਨਾਂ ਦੀ ਅੱਖਾਂ ਤੇ ਕੀ ਅਸਰ ਪੈਂਦਾ ਤੇ ਕਿਉਂ ਪੈਂਦਾ? ਅੱਖਾਂ ਵਿੱਚ ਸ਼ੂਗਰ ਦਾ ਸਭ ਤੋਂ ਮੇਜਰ ਅਸਰ ਪੈਂਦਾ ਅੱਖਾਂ ਦੇ ਪਰਦੇ ਤੇ, ਜਿਹਨੂੰ ਕਿ ਅਸੀਂ ਰੈਟੀਨਾ ਕਹਿੰਦੇ ਹਾਂ ਜੀ। ਉਸ 'ਚ ਇਹ ਹੁੰਦਾ ਕਿ ਅਲੱਗ-ਅਲੱਗ ਸਟੇਜਸ ਹੁੰਦੇ ਆ, ਜਿਹਦੇ ਨਾਲ ਪਰਦਾ ਜਿਹੜਾ ਹੈਗਾ ਉਹ ਸ਼ੂਗਰ ਕਰਕੇ ਖਰਾਬ ਹੋਣ ਲੱਗ ਪੈਂਦਾ। ਪਰਦੇ ਤੇ ਬਲੱਡ ਆਉਣ ਲੱਗ ਪੈਂਦਾ, ਜਾਂ ਪਰਦੇ ਵਿੱਚ ਸੋਜਿਸ਼ ਆਉਣ ਲੱਗ ਪੈਂਦੀ ਹੈ। ਇਹ ਚੀਜ਼ਾਂ ਨੂੰ ਜੇ ਟਾਈਮ ਤੇ ਨਾ ਫੜਿਆ ਜਾਏ ਜਾਂ ਨਾ ਮੈਨੇਜ ਕੀਤਾ ਜਾਏ ਤੇ ਜ਼ਿਆਦਾ ਨੁਕਸਾਨ ਹੋ ਜਾਂਦਾ, ਜਿਹਦੇ ਨਾਲ ਇਰਰੀਵਰਸੀਬਲ ਬਲਾਈਂਡਨੈਸ ਹੋ ਸਕਦੀ ਹੈ। ਤੇ ਇਹ ਕਾਫੀ ਖਤਰਨਾਕ। ਸਫੇਦ ਮੋਤੀਆ ਹੈਗਾ, ਉਹ ਵੀ ਇਸੇ ਕੈਟੇਗਰੀ ਚ ਆਉਂਦਾ? ਸਫੇਦ ਮੋਤੀਆ ਟੋਟਲੀ ਡਿਫਰੈਂਟ ਚੀਜ਼ ਹੈਗੀ ਹੈ। ਉਹ ਮੋਸਟਲੀ 올ਡ ਏਜ ਵਿੱਚ ਆਉਂਦਾ, ਮਗਰ ਸ਼ੂਗਰ ਦੇ ਮਰੀਜ਼ਾਂ ਵਿੱਚ ਕਈਆਂ 'ਚ ਯੰਗ ਏਜ ਵਿੱਚ ਵੀ ਸਫੇਦ ਮੋਤੀਆ ਆ ਜਾਂਦਾ। ਯੈਸ। ਸੋ ਇਸ ਦੇ ਲਈ ਤੁਸੀਂ ਕੀ ਸੁਜੈਸਟ ਕਰਦੇ ਹੋ ਤੇ ਉਹਨਾਂ ਨੂੰ ਕੀ ਸੁਝਾਅ ਦਿੰਦੇ ਹੋ ਇੱਥੇ ਹਸਪੀਟਲ 'ਚ, ਕਿਉਂਕਿ ਮੇਨ ਇੱਥੇ ਇਹਨਾਂ ਦਾ ਸ਼ੂਗਰ ਦਾ ਯੈਸ ਟ੍ਰੀਟਮੈਂਟ ਹੁੰਦਾ ਹੈ? ਜੋ ਇੰਟਰਨੈਸ਼ਨਲ ਗਾਈਡਲਾਈਨਸ ਦਾ ਉਸ ਦੇ ਹਿਸਾਬ ਨਾਲ ਜਿਸ ਦਿਨ ਤੁਹਾਡੀ ਸ਼ੂਗਰ ਡਿਟੈਕਟ ਹੁੰਦੀ ਹੈ ਕਿ ਤੁਹਾਨੂੰ ਡਾਇਬੀਟੀਜ਼ ਹੈਗੀ ਹੈ, ਉਸੇ ਦਿਨ ਤੁਹਾਡਾ ਪਰਦਾ ਚੈੱਕ ਹੋਣਾ ਚਾਹੀਦਾ ਆਈਜ਼ ਦਾ, ਤਾਂ ਕਿ ਪਤਾ ਲੱਗ ਜਾਏ ਕਿ ਆਈਜ਼ ਦੇ ਵਿੱਚ ਪ੍ਰੋਬਲਮ ਹੈ ਜਾਂ ਨਹੀਂ। ਜੇ ਤਾਂ ਪ੍ਰੋਬਲਮ ਨਹੀਂ ਹੈ, ਫਿਰ ਹਰ ਸਾਲ ਅਸੀਂ ਉਹਨਾਂ ਦਾ ਪਰਦਾ ਚੈੱਕ ਕਰਦੇ ਰਹਿੰਦੇ ਹਾਂ। ਜੇ ਆਈਜ਼ ਸ਼ੂਗਰ ਦੀ ਪ੍ਰੋਬਲਮ ਆ ਚੁੱਕੀ ਹੈ, ਫਿਰ ਅਸੀਂ 3 ਤੋਂ 4 ਮਹੀਨੇ ਬਾਅਦ
ਬਾਰ-ਬਾਰ ਉਹਨਾਂ ਦਾ ਪਰਦਾ ਚੈੱਕ ਕਰਦੇ ਨੇ, ਦੇਖਦੇ ਹਾਂ ਕਿ ਉਹ ਅੱਗੇ ਵਧ ਰਹੀ ਹੈ ਜਾਂ ਉੱਥੇ ਰੁਕੀ ਹੋਈ ਹੈ। ਉਸ ਹਿਸਾਬ ਨਾਲ ਅਸੀਂ ਅੱਗੇ ਟ੍ਰੀਟਮੈਂਟ ਮੈਨੇਜ ਕਰ ਸਕਦੇ ਹਾਂ। ਸੋ ਜਿਵੇਂ ਹੁਣ ਤੁਸੀਂ ਮੈਨੂਅਲੀ ਮਤਲਬ ਮੈਡਮ ਦਾ ਚੈੱਕ ਕਰ ਰਹੇ ਸੀਗੇ ਪੇਸ਼ੈਂਟ ਦਾ, ਸੋ ਉਸੇ ਤਰੀਕੇ ਚੈੱਕ ਕੀਤਾ ਜਾਂਦਾ ਹੈ, ਕੋਈ ਹੋਰ ਇੰਸਟਰੂਮੈਂਟ ਦੀ ਵੀ ਜ਼ਰੂਰਤ ਪੈਂਦੀ ਹੈ? ਨਹੀਂ, ਅਸੀਂ ਇੰਡਾਇਰੈਕਟ ਆਪਥਲਮੋਸਕੋਪ ਕਹਿੰਦੇ ਹਾਂ ਅਸੀਂ ਇਹਨੂੰ। ਇਹਦੇ ਵਿੱਚ ਅਸੀਂ ਅੱਖ 'ਚ ਦਵਾਈ ਪਾ ਕੇ ਪੁਤਲੀ ਫੁਲਾ ਕੇ ਸਿੱਧਾ ਪਰਦਾ ਚੈੱਕ ਕਰਦੇ ਹਾਂ। ਬਸ ਛੋਟੇ ਜਿਹੇ ਇੰਸਟਰੂਮੈਂਟ ਨਾਲ ਹੀ 2 ਮਿੰਟ ਦਾ ਕੰਮ ਹੁੰਦਾ ਹੈ ਤੇ ਪੂਰਾ ਡਾਇਗਨੋਸਿਸ ਹੋ ਸਕਦਾ ਹੈ ਕਿ ਪਰਦੇ 'ਚ ਪ੍ਰੋਬਲਮ ਹੈ ਜਾਂ ਨਹੀਂ। ਸਰ ਜਿਵੇਂ ਆਮ ਤੌਰ ਤੇ ਆਪਾਂ ਵੇਖਦੇ ਆ ਕਿ ਜਿੰਨੇ ਵੀ ਡਾਕਟਰਸ ਨੇ ਆਮ ਕਲੀਨਿਕਸ ਖੋਲ ਕੇ ਵੀ ਬੈਠੇ ਹੈ, MBBS ਡਾਕਟਰ ਹੈਗੇ, ਹੋਰ ਵੱਡੇ ਡਾਕਟਰ ਹੈ, ਉਹ ਸ਼ੂਗਰ ਦਾ ਟ੍ਰੀਟਮੈਂਟ ਤਾਂ ਦੇ ਰਹੇ ਹੈ, ਸਿਵਲ ਹਸਪੀਟਲਸ ਵੀ ਫ੍ਰੀ ਦੇ ਰਹੇ ਨੇ, ਬਟ ਉਹ ਅਜਿਹੇ ਟੈਸਟ ਵਗੈਰਾ ਤਾਂ ਕੋਈ ਨਹੀਂ ਕਰਵਾਉਂਦੇ ਹੈਗੇ। ਉਹ ਤਾਂ ਇਹੀ ਕਹਿੰਦੇ ਜੀ ਤੁਸੀਂ ਸ਼ੂਗਰ ਟੈਸਟ ਕਰਾਓ ਜੀ, ਤੁਹਾਡੀ 252 ਆ ਗਈ ਜੀ, ਬਹੁਤ ਜ਼ਿਆਦਾ ਹੈਗੀ ਹੈ ਜੀ, ਤੁਹਾਡੀ 90 ਹੋ ਗਈ ਜੀ, ਘਟ ਗਈ ਜੀ, ਇੰਨਾ ਹੀ ਕੁਝ ਦੱਸਿਆ ਜਾਂਦਾ ਆਮ ਤੌਰ ਤੇ, ਹੋਰ ਕੋਈ ਟੈਸਟ ਵਗੈਰਾ ਨਹੀਂ ਦੱਸਿਆ ਹਾਂ, ਜਾਂਦੇ। ਇੰਡੀਆ ਵਿੱਚ ਆਮ ਤੌਰ ਤੇ ਸ਼ੂਗਰ ਦੇ ਮਰੀਜ਼ਾਂ ਨੂੰ ਜ਼ਿਆਦਾ ਚੰਗੀ ਤਰ੍ਹਾਂ ਗਾਈਡ ਨਹੀਂ ਕੀਤਾ ਜਾਂਦਾ, ਆਈਜ਼ ਲਈ ਸਪੈਸ਼ਲੀ, ਕਿ ਤੁਹਾਨੂੰ ਆਪਣੀਆਂ ਅੱਖਾਂ ਵੀ ਚੈੱਕ ਕਰਵਾਉਣੀਆਂ ਹੈ। ਮਗਰ ਇੱਥੇ ਸਾਡੇ ਸੀਆ ਹੈਲਥ ਕੇਅਰ 'ਚ ਇਹ ਪਹਿਲਾ ਐਸਾ ਹਸਪੀਟਲ ਹੈ ਜਿਹਦੇ ਵਿੱਚ ਅਸੀਂ ਕੰਪਲੀਟ ਬੋਡੀ ਚੈੱਕਅਪ ਕਰਦੇ ਹਾਂ ਪੇਸ਼ੈਂਟ ਦਾ, ਫਿਜ਼ੀਓਥੈਰੇਪੀ, ਡਾਈਟੀਸ਼ੀਅਨ ਤੇ ਨਾਲ ਆਪਾਂ ਅੱਖਾਂ ਵੀ ਚੈੱਕ ਕਰਦੇ ਹਾਂ ਡਾਇਬਟੀਜ਼ ਦੇ ਪੇਸ਼ੈਂਟ, ਜੋ ਕਿ ਬਹੁਤ ਜ਼ਰੂਰੀ ਹੈ। ਤੇ ਹੋਰ ਸਾਡੇ ਦਰਸ਼ਕਾਂ ਨੂੰ ਜਾਂ ਜਿਹੜੇ ਦਰਸ਼ਕਾਂ ਦੇ ਵਿੱਚ ਸ਼ੂਗਰ ਦੇ ਪੇਸ਼ੈਂਟ ਹੈਗੇ, ਉਹਨਾਂ ਨੂੰ ਕੀ ਸੁਝਾਅ ਦੇਣਾ ਚਾਹੋਗੇ ਜਿਨ੍ਹਾਂ ਨੂੰ ਅਜੇ ਪ੍ਰੋਬਲਮ ਨਹੀਂ ਹੈ ਜਾਂ ਸਟਾਰਟਿੰਗ ਹੈਗੀ ਹੈ ਜਿਨ੍ਹਾਂ ਦੀ? ਮੇਰੇ ਵੱਲੋਂ ਸਾਰੇ ਦਰਸ਼ਕਾਂ ਲਈ ਇਹੀ ਮੈਸੇਜ ਹੈ ਕਿ ਜੇ ਤੁਹਾਡੀ ਫੈਮਿਲੀ 'ਚ ਜਾਂ ਤੁਹਾਨੂੰ ਕਿਸੇ ਨੂੰ ਵੀ ਡਾਇਬਟੀਜ਼ ਹੈ ਤੇ ਫੌਰਨ ਕਿਸੇ ਵੀ ਰੈਟੀਨਾ ਸਪੈਸ਼ਲਿਸਟ ਕੋਲ ਆ ਕੇ ਆਪਣਾ ਪਰਦਾ ਚੈੱਕ ਕਰਵਾਓ, ਤਾਂ ਕਿ ਟਾਈਮ ਤੇ ਸਾਰਾ ਕੁਝ ਮੈਨੇਜ ਹੋ ਸਕੇ ਤੇ ਅਸੀਂ ਬਲਾਈਂਡਨੈਸ ਤੋਂ ਬਚ ਸਕੀਏ। ਅੱਜ ਅਸੀਂ ਨਿਊਜ਼ ਇੰਡੀਆ ਟਾਈਮ ਵੱਲੋਂ ਕੁਝ ਹਸਪੀਟਲਸ ਦੇ, ਕਲੀਨਿਕਸ ਦੇ, ਪ੍ਰਾਈਵੇਟ ਕਲੀਨਿਕਸ ਦੇ ਸਰਵੇ ਤੇ ਨਿਕਲੇ ਸੀਗੇ ਜੀ। ਅੱਜ ਅਸੀਂ ਇੱਥੇ ਦੇਖਿਆ, ਤੁਹਾਡੇ ਕਾਫੀ ਪੇਸ਼ੈਂਟਸ ਨਾਲ ਗੱਲ ਕੀਤੀ, ਬਹੁਤ ਅੱਛਾ ਮਹਿਸੂਸ ਹੋਇਆ ਕਿ ਉਹ ਦੂਰ ਦੂਰ ਤੋਂ ਤੁਹਾਡੇ ਕੋਲ ਪਹੁੰਚ ਰਹੇ ਨੇ ਤੇ ਆਲਮੋਸਟ ਤੁਸੀਂ ਜਿਹੜੇ ਕੇਸ ਹੈਗੇ ਉਹ ਡਾਇਬੀਟੀਜ਼ ਦੇ ਹੀ ਦੇਖ ਰਹੇ ਹੋ। ਤੇ ਉਸ ਦੇ ਨਾਲ ਇੱਕ ਡਿਫਰੈਂਸ ਸਾਨੂੰ ਜੋ ਫੀਲ ਹੋ ਰਿਹਾ ਹੈ ਉਹ ਇਹ ਹੈਗਾ ਕਿ ਆਮ ਤੌਰ ਤੇ ਜੋ ਡਾਕਟਰਸ ਨੇ ਉਹ ਸ਼ੂਗਰ ਦਾ ਟੈਸਟ ਕਰਵਾਉਂਦੇ ਨੇ, ਬਟ ਉਸ ਦੇ ਨਾਲ ਆਈਜ਼ ਜਾਂ ਕੋਈ ਹੋਰ ਇਹੋ ਜਿਹੇ ਟੈਸਟ ਨਹੀਂ ਦੱਸਦੀ ਉਹ। ਐਕਚੁਅਲੀ ਡਾਇਬੀਟੀਜ਼ ਹੈਗੀ ਆ, ਉਹਨੂੰ ਟ੍ਰੀਟ ਕਰਨ ਦਾ ਇੱਕ ਵੇ ਹੈ ਜੀ ਹਰ ਡਾਕਟਰ ਦੀ ਆਪਣੀ ਇੱਕ ਵਿਜ਼ਨ ਹੈ। ਜੀ ਤੁਸੀਂ ਕੀ ਸੋਚਦੇ ਹੋ ਇੱਕ ਬਿਮਾਰੀ ਬਾਰੇ? ਜੇ ਸ਼ੂਗਰ ਹੈ, ਜੇ ਸ਼ੂਗਰ ਦੀ ਗੱਲ ਕਰੀਏ ਤਾਂ ਆਪਾਂ ਇਹ ਕਹਿ ਸਕਦੇ ਕਿ ਜਿਹੜੀ ਕਾਰਡੀਓਵਾਸਕੂਲਰ ਡਿਜ਼ੀਜ਼ ਹੈ, ਜਿਵੇਂ ਹਾਰਟ ਅਟੈਕ ਹੈ, ਸ਼ੂਗਰ ਦੇ ਪੇਸ਼ੈਂਟਸ ਜਿਹੜੇ ਅਨਕੰਟਰੋਲਡ ਹੈ, ਉਹਨਾਂ 'ਚ ਰਿਸਕ ਜਿਹੜਾ ਹੈ ਡਬਲ ਹੈ। ਅੱਖ ਦਾ ਪਰਦਾ ਹੈਗਾ, ਉਹਦੇ ਤੇ ਇਫੈਕਟ ਹੋਣ ਦੇ ਬਹੁਤ ਹਾਈ ਚਾਂਸਸ ਹੈ। ਉਹਦੀ ਸਕਰੀਨਿੰਗ ਬਹੁਤ ਅਰਲੀ ਸਟੇਜ ਤੇ ਜ਼ਰੂਰੀ ਹੈ ਤਾਂ ਕਿ ਬੰਦਾ ਬਲਾਈਂਡ ਨਾ ਹੋ ਜੇ। ਨਿਊਰੋਪੈਥੀ ਹੈ, ਕਿੰਨੇ ਲੋਕ ਇੰਡੀਆ ਵਿੱਚ ਜਿਹੜੇ ਹੈਗੇ ਆ ਫੁੱਟ ਅਲਸਰ ਕਰਕੇ ਉਹਨਾਂ ਦੇ ਪੈਰ ਕੱਟੇ ਜਾਂਦੇ ਆ। ਜੀ ਹੁਣ ਨਿਊਰੋਪੈਥੀ, ਥੋੜੇ ਟਾਈਮ ਪਹਿਲਾਂ ਤੁਸੀਂ ਟੈਸਟ ਕਰ ਹਾਂ ਰਹੇ ਸੀ। ਮੈਂ ਕਰ ਰਿਹਾ ਸੀ, ਉਹ ਇਹਨਾਂ ਦਾ ਵੀ ਕੀਤਾ ਹੈ, ਬਠਿੰਡੇ ਤੋਂ ਆਏ ਆ, ਇਹਨਾਂ ਦਾ ਵੀ ਕੀਤਾ ਹੈ, ਸਕਰੀਨ ਕੀਤਾ ਕਿ ਨਿਊਰੋਪੈਥੀ ਤਾਂ ਨਹੀਂ ਹੈ, ਨਹੀਂ ਇਹਨਾਂ ਨੂੰ ਸੈਂਸਿਸ ਹੈਗੀਆਂ, ਐਟਲੀਸਟ ਇਹਨਾਂ ਨੂੰ ਪਤਾ ਵੀ ਸੈਂਸਰੀ ਲਾਸ ਨਹੀਂ ਹੈਗਾ। ਜਿਨ੍ਹਾਂ ਨੂੰ ਸੈਂਸਰੀ ਲਾਸ ਹੋ ਗਿਆ ਇਹਨਾਂ ਨੂੰ 1 ਮਹੀਨੇ ਤੋਂ 3 ਮਹੀਨੇ ਦੇ ਵਿੱਚ ਬੁਲਾਈਦਾ ਵੀ ਭਾਈ ਦੁਬਾਰਾ ਆ ਕੇ ਅੱਖਾਂ ਦਾ ਜਿਹੜਾ ਹੈਗਾ ਆਪਣਾ ਨਰਵਸ ਦਾ ਜਿਹੜਾ ਹੈਗਾ ਆ ਕੇ ਦੁਬਾਰਾ ਆਪਣਾ ਸਕਰੀਨਿੰਗ ਕਰਵਾਓ। ਸਰ ਇੱਕ ਇਹ ਕਿਵੇਂ ਜਾਣਿਆ ਜਾ ਸਕਦਾ ਹੈ ਇੱਕ ਪੇਸ਼ੈਂਟ ਨੂੰ ਕਿੰਨੇ ਟਾਈਮ ਤੁਸੀਂ ਟ੍ਰੀਟਮੈਂਟ ਕਰਦੇ ਹੋ ਉਹਨੂੰ ਠੀਕ ਹੋਣ ਦੇ ਲਈ? ਸਪੋਜ਼ ਕਿ ਉਹਦੀ ਜੋ ਗਲੂਕੋਜ਼ ਜੋ ਹੈ 500 ਤੱਕ ਪਹੁੰਚ ਚੁੱਕਿਆ ਹੈ, ਸ਼ੂਗਰ ਲੈਵਲ ਕਿਹਦਾ ਪਹੁੰਚਿਆ 500? ਸ਼ੂਗਰ ਦਾ ਮੰਨ ਲਓ ਇੱਕ 500 ਤੱਕ ਪੇਸ਼ੈਂਟ ਪਹੁੰਚ ਚੁੱਕਿਆ, ਉਹਦੀ ਸ਼ੂਗਰ ਲੈਵਲ 500 ਆ ਰਿਹਾ ਹੈ, ਤਾਂ ਉਹਨੂੰ ਕਿੰਨਾ ਟਾਈਮ ਟ੍ਰੀਟਮੈਂਟ ਦੇਣਾ ਪੈਂਦਾ? ਐਦਾਂ ਤਾਂ ਕੁਛ ਨਹੀਂ ਹੈ, ਪਰਸਨ ਟੂ ਪਰਸਨ ਵੇਰੀ ਕਰਦਾ। ਕਈ ਪੇਸ਼ੈਂਟ ਜਿਹੜੇ ਬਹੁਤ ਨਿਊਲੀ ਡਾਇਗਨੋਸਡ ਹੈ, ਜਿਨ੍ਹਾਂ ਦੀ ਬਿਮਾਰੀ ਸ਼ੁਰੂ ਹੀ ਹੁਣ ਹੋਈ ਹੈ, ਉਹ ਤਾਂ ਕਈ ਵਾਰੀ ਸਿੰਗਲ ਟੈਬਲੇਟ ਨਾਲ ਹੀ 500 ਸ਼ੂਗਰ ਸੈਟਲ ਹੋ ਜਾਂਦੀ ਹੈ। ਜਿਵੇਂ ਮੈਟਫੋਰਮਿਨ ਬਹੁਤ 17 ਰੁਪਏ ਦਾ ਪੱਤਾ ਆਉਂਦਾ। ਕਈ ਬੰਦੇ ਜਿਨ੍ਹਾਂ ਦੀ 400 ਸ਼ੂਗਰ ਹੈ, 3-4 ਗੋਲੀਆਂ ਖਾ ਰਹੇ ਹੈ, ਬਹੁਤ ਦੇਰ ਤੋਂ ਖਾ ਰਹੇ, ਉਹ ਡਰੱਗ ਰੈਜ਼ਿਸਟੈਂਸ ਹੁੰਦੀ ਹੈ। ਮਤਲਬ ਉਹ ਜਦੋਂ ਬੰਦਾ ਡਰੱਗ ਲੈਂਦਾ ਤਾਂ ਉਸ ਤੋਂ ਬਾਅਦ ਕੁਝ ਦੇਰ ਬਾਅਦ ਬੋਡੀ ਜਿਹੜੀ ਉਹ ਡਰੱਗ ਨੂੰ ਮੰਨਣਾ ਬੰਦ ਕਰ ਦਿੰਦਾ, ਦੈਟ ਇਜ਼ ਕਾਲਡ ਡਰੱਗ ਰੈਜ਼ਿਸਟੈਂਸ। ਹਾਂਜੀ, ਤੇ ਫਿਰ ਉਹ ਪੇਸ਼ੈਂਟਸ ਦੇ ਵਿੱਚ ਦੇਖੀਦਾ ਵੀ ਕਿਸੇ ਕੋ ਹੋ ਸਕਦਾ ਮਹੀਨਾ 2 ਮਹੀਨੇ ਵੀ ਲੱਗ ਜਾਣ। ਸੋ ਇਟ ਵੇਰੀਜ਼ ਫਰਮ ਪਰਸਨ ਟੂ ਪਰਸਨ, ਕੋਈ ਐਸਾ ਚੋ ਨਹੀਂ ਕਿ ਇਹਦੇ ਲਈ ਇੰਨਾ ਦੇ ਹਫਤੇ 'ਚ ਹੀ ਸੈੱਟ ਹੋ ਜਾਣੀ ਹੈ, ਡਿਪੈਂਡ ਕਰਦਾ। ਇਹ ਤੁਹਾਡਾ ਕੀ ਵੇ ਹੈਗਾ, ਕਿਉਂ ਤੁਹਾਡੇ ਕੋਲ ਪੇਸ਼ੈਂਟ 3-3 4-4 ਡਿਸਟ੍ਰਿਕਟ ਦੇ ਮੈਨੂੰ ਬਾਹਰ ਮਿਲੇ ਹੈ ਪੇਸ਼ੈਂਟ ਜੋ ਕਹਿੰਦੇ ਪਟਿਆਲਾ, ਉਹ ਪਟਿਆਲਾ ਛੱਡ ਕੇ ਫਤਿਹਗੜ੍ਹ ਸਾਹਿਬ ਕੇ ਇੱਥੇ ਪਹੁੰਚਦੇ ਨੇ? ਕਿਸ ਤਰੀਕੇ ਨਾਲ ਉਹਨਾਂ ਨੂੰ ਤੁਹਾਡੇ ਅਵੇਅਰਨੈਸ ਹੁੰਦੀ ਹੈ, ਤੁਹਾਡੇ ਬਾਰੇ ਜਾਣਕਾਰੀ ਕਿਵੇਂ ਮਿਲਦੀ ਹੈ? ਇੱਕੋ ਹੀ ਚੀਜ਼ ਕਹੂੰਗਾ ਜਿਹੜੀ ਸਾਨੂੰ ਬਾਕੀ ਹੈਲਥ ਕੇਅਰਸ ਤੋਂ ਵੱਖਰਾ ਕਰਦੀ ਹੈ, ਉਹ ਹੈ ਟਰਾਂਸਪੇਰੈਂਸੀ ਤੇ ਓਨੈਸਟੀ। ਅਸੀਂ ਪਾਰਦਰਸ਼ੀ ਤਰੀਕੇ ਨਾਲ ਮਰੀਜ਼ ਨੂੰ ਦੱਸੀਦਾ। ਹੁਣ ਇਹ ਬਠਿੰਡੇ ਤੋਂ ਆਏ ਆ, ਇਹਨਾਂ ਨੂੰ ਅਸੀਂ ਦੱਸਿਆ ਵੀ ਜਿਹੜੀ 3 ਮਹੀਨੇ ਦੀ ਸ਼ੂਗਰ ਹੈ HbA1c ਉਹ <7 ਕਰਨੀ ਹੈ, ਤੇ ਇਹ ਸ਼ਾਇਦ ਇਹਨਾਂ ਨੂੰ ਪਹਿਲਾਂ ਕਿਸੇ ਡਾਕਟਰ ਨੇ ਪ੍ਰੋਪਰਲੀ ਗਾਈਡ ਨਹੀਂ ਕੀਤਾ। ਦੂਸਰੀ ਇਹ ਚੀਜ਼ ਹੈਗੀ ਇਹਨਾਂ ਦਾ ਜਿਹੜਾ ਫੋਲੋ ਅਪ ਹੈਗਾ, ਇਹਨਾਂ ਨੂੰ ਰੈਗੂਲਰ ਫੋਲੋ ਅਪ ਤੇ ਕਾਲ ਅਪ ਕੀਤਾ ਜਾਵੇ, ਕਦੋਂ ਤੁਹਾਡਾ ਫੋਲੋ ਅਪ ਹੋ ਗਿਆ, ਹੁਣ ਕਿਹੜੀ ਡੇਟ ਨੂੰ ਤੁਸੀਂ ਆਉਣਾ ਹੈ, ਕਦੋਂ ਤੁਹਾਡਾ ਰਿਵਿਊ ਬਣਦਾ ਹੈ, ਯਾਨੀ ਕਿ ਪੇਸ਼ੈਂਟ ਦੇ ਨਾਲ ਅਸੀਂ ਕਨੈਕਟ ਹੋਈਦਾ ਇਹਨਾਂ ਨਾਲ ਓਨੈਸਟ ਵੇ, ਇਹਨਾਂ ਟਰਾਂਸਪੇਰੈਂਟ ਵੇ। ਹੁਣ ਜਿਵੇਂ ਅੱਖਾਂ ਦਾ ਪਰਦਾ ਖਰਾਬ ਹੋਣਾ, ਇਹਨੂੰ ਦੱਸਦੇ ਭਾਈ ਤੁਹਾਡਾ ਅੱਖਾਂ ਦਾ ਪਰਦਾ ਖਰਾਬ ਹੋ ਸਕਦਾ।
ਹੁਣ ਬੰਦੇ ਨੂੰ ਪਤਾ ਹੀ ਨਹੀਂ ਕਿ ਅੱਖਾਂ ਦਾ ਪਰਦਾ ਚੈੱਕ ਕਰਵਾਉਣਾ ਹੈ, ਖਾਲੀ ਦਵਾਈ ਲਿਖੀ ਡਾਕਟਰ ਕੋਲੋਂ ਲੈ ਕੇ ਤੁਰ ਪਏ ਝੋਲਾ ਲੈ ਕੇ। ਹੁਣ ਉਹ ਬੇਸਿਕਲੀ ਘੱਟੋ ਘੱਟ ਇਹ ਪਤਾ ਲੱਗੂਗਾ ਕਿ ਫੰਡਸ ਚੈੱਕ ਹੋਣਾ ਹੈ ਉਹਦਾ 3 ਮਹੀਨੇ ਬਾਅਦ, 6 ਮਹੀਨੇ ਬਾਅਦ, ਅੱਖ ਦਾ ਪਰਦਾ ਚੈੱਕ ਹੋਣਾ ਹੈ, ਨਸਾਂ ਦੀ ਸਕਰੀਨਿੰਗ ਹੋਣੀ ਹੈ। ਇੰਪੋਰਟੈਂਟ ਐਸਪੈਕਟਸ ਹੈ। ਜਿਵੇਂ ਅਸੀਂ ਦੇਖਦੇ ਹਾਂ ਕਿ ਸਿਵਲ ਹਸਪੀਟਲਸ ਦੇ ਵਿੱਚ, ਮੈਂ ਇੱਕ ਜਗ੍ਹਾ ਦਾ ਨਾਮ ਨਹੀਂ ਲਵਾਂਗਾ, ਆਮ ਤੌਰ ਤੇ ਮੈਂ ਦੇਖਿਆ ਕਿ ਉੱਥੇ 1 ਮਹੀਨੇ ਦੀ ਦਵਾਈ ਦਿੱਤੀ ਜਾਂਦੀ ਹੈ, ਲਗਭਗ 100 ਤੋਂ 150 ਟੈਬਲੇਟਸ ਉਹਨੂੰ ਫੜਾ ਦਿੱਤੀਆਂ ਜਾਂਦੀਆਂ। ਉਹੀ ਤੁਹਾਡੇ ਕਹਿਣਾ ਕਿ ਝੋਲਾ ਭਰਨ ਵਾਲੀ ਗੱਲ ਹੈ ਕਿ 100 ਤੋਂ 150 ਟੈਬਲੇਟਸ ਉਹਨੂੰ 1 ਮਹੀਨੇ ਦੀ ਦਵਾਈ ਦੇ ਦਿੱਤੀ ਜਾਂਦੀ, ਬੇਸ਼ੱਕ ਉਹ ਫ੍ਰੀ ਹੁੰਦੀ ਹੈ, ਬਟ ਪੇਸ਼ੈਂਟ ਨੂੰ ਖਾਣ ਲੱਗਿਆ ਉਸਦੇ ਕੁਝ ਇਫੈਕਟਸ, ਕੁਝ ਸਾਈਡ ਇਫੈਕਟਸ ਵੀ ਹੋ ਸਕਦੇ ਨੇ, ਕਿਉਂਕਿ ਉਹਨਾਂ ਨੂੰ ਜ਼ਿਆਦਾਤਰ ਤੇ ਚੈੱਕ ਨਹੀਂ ਕੀਤਾ ਜਾਂਦਾ, ਸਿਰਫ ਇਹ ਚੈੱਕ ਕੀਤਾ ਜਾਂਦਾ ਹੈ ਕਿ ਤੁਹਾਡੀ ਸ਼ੂਗਰ ਕਿੰਨੀ ਹੈ, 265 ਹੈ ਜੀ, ਆਹ ਦਵਾਈ ਦਿੱਤੀ, ਤੁਹਾਡੀ 235 ਹੋ ਗਈ ਜੀ, ਤਾਂ ਆਹ ਦਵਾਈ ਦਿੱਤੀ। ਨਹੀਂ ਇੱਦਾਂ ਕੁਛ ਨਹੀਂ ਹੈ ਜੀ। ਡਾਇਬਟੀਜ਼ ਜਿੰਨੇ ਵੀ ਡਰੱਗਸ ਹੈਗੇ ਆ ਉਹਨਾਂ ਦੀਆਂ ਰੀਨਲ ਡੋਜ਼ ਐਡਜਸਟਮੈਂਟਸ ਨੇ, ਕਿਡਨੀ ਦਾ ਫੰਕਸ਼ਨ ਦੇਖ ਕੇ ਡਰੱਗ ਦੇਣਾ ਬਣਦਾ ਹੈ। ਜਿਹੜੇ ਮੈਂ ਡਰੱਗ ਦੀ ਗੱਲ ਕਰਦਾ ਸੀ ਮੈਟਫੋਰਮਿਨ, ਉਹ ਜੇ ਕਿਡਨੀ ਦਾ ਜਿਹੜਾ ਫੰਕਸ਼ਨਲ ਰੇਟ ਆ 30 ml ਪਰ ਮਿੰਟ ਪਰ 1.73 ਮੀਟਰ ਸਕੁਅਰ ਤੋਂ ਘੱਟ ਹੈ, ਉਹ ਡਰੱਗ ਕੰਟਰਾ ਇੰਡੀਕੇਟਡ ਹੈ। ਜਿਵੇਂ ਹੁਣ ਇਹ ਡਰੱਗ ਲੈ ਕੇ ਆਏ ਆ ਬਠਿੰਡੇ ਤੋਂ, ਇਹਨਾਂ ਦਾ ਟ੍ਰੀਟਮੈਂਟ ਚੱਲਦਾ ਹੈ, ਤੇ ਬਠਿੰਡੇ ਤੋਂ ਮੈਂ ਤੁਹਾਨੂੰ ਦੱਸਦਾ ਕਿ ਆਹ ਜਿਹੜਾ ਡਰੱਗ ਹੈਗਾ ਵਿਲਡਾਗਲਿਪਟਿਨ, ਜੇ ਫਿਲਟਰੇਸ਼ਨ ਰੇਟ ਜਿਹੜਾ ਹੈਗਾ ਹੈ, ਜੇ ਫਿਲਟਰੇਸ਼ਨ ਰੇਟ ਇਹਨਾਂ ਦਾ 50 ml ਪਰ ਮਿੰਟ ਪਰ 1.73 ਮੀਟਰ ਸਕੁਅਰ ਤੋਂ ਘੱਟ ਹੈ, ਇਹ ਡਰੱਗ ਵੀ ਨਹੀਂ ਚੱਲ ਸਕਦਾ। ਸੋ ਮੈਂ ਕਹਿੰਦਾ ਮੈਂ ਕਹਾਂਗਾ ਕਿ ਪਲੀਜ਼ ਥੋੜਾ ਇਸ ਨੂੰ ਜ਼ੂਮ ਕਰਕੇ ਦਿਖਾ ਦਿਓ ਸਾਡੇ ਜੋ ਦਰਸ਼ਕ ਦੇਖ ਰਹੇ ਨੇ ਲਾਈਵ। ਨਹੀਂ ਇਹਦਾ ਕੋਈ ਫਾਇਦਾ ਨਹੀਂ ਦਰਸ਼ਕਾਂ ਨੂੰ, ਤਾਂ ਬੇਸਿਕਲੀ ਦੇ ਨੀਡ ਅ ਪ੍ਰੋਪਰ ਡਾਕਟਰ ਵਿਦ whom they can consult. I mean we need not to show it to the audience, ਬਲਕਿ ਮੈਂ ਤਾਂ ਇਹ ਕਹੂੰਗਾ ਜਦੋਂ ਰਿਵਿਊ ਕਰਨਾ ਸੀ ਡਾਇਬਟੀਜ਼ ਦਾ ਪ੍ਰੋਪਰ ਬੰਦੇ ਕੋਲ ਕਰੋ, ਐਵੇਂ ਗੋਲੀ ਲੈਣ ਦਾ ਕੋਈ ਫਾਇਦਾ ਨਹੀਂ। ਮਤਲਬ ਇਹ ਬੇਸਿਕਲੀ ਜਿਹੜੀ ਚੀਜ਼ ਹੈਗੀ ਹੈ ਜਿੰਨੀ ਇਹਨਾਂ ਨੇ ਕੈਜੂਅਲ ਇੰਡੀਆ 'ਚ ਇਸ ਲੈਵਲ ਤੇ ਲਈ ਹੈ ਉਨੀ ਕੈਜੂਅਲ ਹੈ ਨਹੀਂ। ਸਾਡੇ ਕੋਲ ਤਾਂ ਲੋਕ ਆਉਂਦੇ ਕਿਉਂਕਿ ਜੋ ਅਸੀਂ ਕਮਿਟ ਕਰਦੇ ਹਾਂ ਉਹ ਅਸੀਂ ਡਿਲੀਵਰ ਵੀ ਕੀਤਾ। ਜੇ ਮੇਰੇ ਕੋਲ 400 ਬੰਦਾ ਆਉਂਦਾ ਹੈ, ਸਾਡੇ ਕੋਲ ਇੰਡੀਆ ਤੋਂ ਲੋਕ ਫਲੌਕ ਇਨ ਕਰਦੇ ਆ, ਅਸੀਂ 7 ਤੋਂ ਥੱਲੇ ਗਈ ਸੀ HbA1c ਤੇ ਲੋਕਾਂ ਨੂੰ ਮਿਲੀ ਹੈ। ਮੇਰਾ 90% ਪੇਸ਼ੈਂਟ ਜਿਹੜਾ ਹੈਗਾ ਉਹ HbA1c ਲੈਸ ਦੈਨ 7 ਹੀ ਚੱਲ ਰਿਹਾ ਇਸ ਸਮੇਂ। ਥੈਂਕ ਯੂ ਸਰ। ਸਾਡੇ ਦਰਸ਼ਕਾਂ ਨੂੰ ਬਹੁਤ ਸਾਰੀ ਨਵੀਂ ਜਾਣਕਾਰੀ ਮਿਲੀ ਹੈ ਜੋ ਮੇਰੇ ਹਿਸਾਬ ਨਾਲ ਤਾਂ ਨਵੀਂ ਲੱਗ ਰਹੀ ਹੈ, ਕਿਉਂਕਿ ਆਮ ਤੌਰ ਤੇ ਲੋਕਾਂ ਨੂੰ ਇੰਨੀ ਅਵੇਅਰਨੈਸ ਹੈ ਹੀ ਨਹੀਂ ਹੈ। ਸਿਰਫ ਜਾਂਦੇ ਆ ਟੈਸਟ ਕਰਵਾਉਂਦੇ ਆ, ਮਹੀਨੇ ਬਾਅਦ ਫਿਰ ਟੈਸਟ ਕਰਵਾਇਆ ਤੇ ਕੀ ਪਲੱਸ ਮਾਈਨਸ ਉਹ ਦੱਸਿਆ ਡਾਕਟਰ ਨੂੰ ਦਵਾਈ ਲੈਣੀ। ਸੋ ਬਹੁਤ ਬਹੁਤ ਧੰਨਵਾਦ ਜੀ। ਮੈਂ ਇੱਕ ਮਿੰਟ ਤੁਹਾਡੇ ਪੇਸ਼ੈਂਟ ਡਾਇਬਟੀਜ਼ ਕੇਅਰ ਤੇ ਤੁਸੀਂ ਅੱਜ ਬੈਠੇ ਹੋ ਤੇ ਕੀ ਟ੍ਰੀਟਮੈਂਟ ਲੈਣ ਆਏ ਹੋ ਤੇ ਕੀ ਤੁਹਾਡਾ ਨਾਮ ਹੈ? ਸਰ ਮੇਰਾ ਨਾਮ ਮਨੀਸ਼ ਅਰੋੜਾ ਹੈ। ਅਸੀਂ ਬਠਿੰਡਾ ਤੋਂ ਆਏ ਹਾਂ। ਮੇਰੇ ਮਦਰ ਵੀ ਡਾਇਬਟਿਕ ਹੈ, ਮੈਂ ਖੁਦ ਡਾਇਬਟਿਕ ਹਾਂ। ਸਰ ਤੁਹਾਨੂੰ ਕਿਵੇਂ ਜਾਣਕਾਰੀ ਮਿਲੀ ਇੱਥੋਂ ਦੇ ਕਲੀਨਿਕ ਬਾਰੇ? ਸਰ ਐਕਚੁਅਲੀ ਸਾਡਾ ਜਿਹੜਾ ਟ੍ਰੀਟਮੈਂਟ ਸੀਗਾ ਬਠਿੰਡਾ ਤੋਂ ਚੱਲ ਰਿਹਾ ਸੀਗਾ ਜੀ। ਐਕਚੁਅਲੀ ਉੱਥੇ ਅਸੀਂ ਜਾ ਵੀ ਰਹੇ ਸੀ, ਬਟ ਸੀਰੀਅਸਲੀ ਜਿਹੜਾ ਇਲ ਇਫੈਕਟ ਆਪਾਂ ਕਹੀਏ ਡਾਇਬਟੀਜ਼ ਦਾ ਬਹੁਤ ਜ਼ਿਆਦਾ ਹੈ ਜੀ। ਔਰ ਆਪਾਂ ਇਹਦੇ ਵੱਲ ਜੇ ਗੌਰ ਨਹੀਂ ਕਰਦੇ ਤਾਂ ਬਹੁਤ ਸਾਰੀ ਕੰਪਲਿਕੇਸ਼ਨਸ ਆਪਾਂ ਨੂੰ ਫੇਸ ਕਰਨੀਆਂ ਪੈਂਦੀਆਂ। ਜਿਵੇਂ ਮੇਰੀ ਐਟ ਦਾ ਏਜ ਆਫ 40 ਮੇਰਾ ਆਲਰੇਡੀ ਇੱਕ ਜਿਹੜਾ ਹੈਗਾ ਅਟੈਕ ਦੀ ਸ਼ਿਕਾਇਤ ਮੈਨੂੰ ਹੋ ਚੁੱਕੀ ਹੈ ਫਸਟ ਟਾਈਮ, ਔਰ ਜੇ ਆਪਾਂ ਨਹੀਂ ਕੇਅਰ ਕਰਦੇ ਤਾਂ ਬਹੁਤ ਵੱਡੀ ਦਿੱਕਤ ਆ ਜਾਂਦੀ ਹੈ। ਹੁਣ ਇਹਦੇ ਡਾਇਬਟੀਜ਼ ਮੈਨੇਜਮੈਂਟ ਦੇ ਵਿੱਚ ਕੀ ਦਿੱਕਤ ਆਉਂਦੀ ਹੈ ਕਿ ਪੇਸ਼ੈਂਟ ਜਿਹੜਾ ਹੈ ਉਹ ਕਿਤੇ ਨਾ ਕਿਤੇ ਥੋੜ੍ਹਾ ਜਿਹਾ ਘੋਲ ਕਰ ਜਾਂਦਾ ਹੈ ਕਿ ਮੈਂ ਆਪਦੀ ਜਿਹੜੀ ਕੇਅਰ ਹੈ ਉਹ ਪ੍ਰੋਪਰ ਕਰਨੀ ਹੈ। ਬਟ ਜੋ ਮੈਂ ਲਾਸਟ ਵੀਕ ਮੇਰੇ ਫਰੈਂਡ ਜਿਹੜੇ ਆ ਉੱਥੇ ਡਾਕਟਰ ਸਾਹਿਬ ਕੋਲ ਆ ਰਹੇ ਆ ਪਿਛਲੇ 5-6 ਮਹੀਨੇ ਤੋਂ, ਔਰ ਬਹੁਤ ਵਧੀਆ ਜਿਹੜਾ ਉਹਨਾਂ ਨੂੰ ਟ੍ਰੀਟਮੈਂਟ ਲੱਗਿਆ। ਉਹਨਾਂ ਨੇ ਲਾਸਟ ਵੀਕ ਮੈਨੂੰ ਦੱਸਿਆ ਡਿਊਰਿੰਗ ਅ ਟ੍ਰਿਪ ਕਿ ਮੈਂ ਸੀਆ ਕਲੀਨਿਕ ਤੇ ਜਾ ਰਿਹਾ, ਉੱਥੋਂ ਮੈਂ ਆਪਦੀ ਡਾਇਬਟਿਕ ਮੈਨੇਜਮੈਂਟ ਮੇਰੀ ਹੋ ਰਹੀ ਹੈ। ਔਰ ਉਹਨਾਂ ਨੇ ਮੈਨੂੰ ਮੈਸੇਜ ਦਿਖਾਏ, ਚਾਹੇ ਉਹ ਉਹਨਾਂ ਦੇ ਮਤਲਬ ਜੋ ਫੂਡਸ ਦੇ ਜਾਂ ਖਾਣ ਪੀਣ ਦਾ ਜਿਹੜਾ ਵੇਰਵਾ ਸੀਗਾ, ਡੇ ਵਾਈਜ਼ ਪਲੈਨਿੰਗ ਸੀ, ਉਹ ਸਾਰਾ ਕੁਝ ਸੀ। ਔਰ ਪ੍ਰੋਪਰ ਜਿਹੜਾ ਇਹਨਾਂ ਤੋਂ ਟੈਸਟ ਦੀ ਮੰਗ ਕੀਤੀ ਜਾਂਦੀ ਸੀ, ਤੁਸੀਂ ਟੈਸਟ ਕਰਵਾ ਕੇ ਆਪਣੇ ਤੇ ਸਾਨੂੰ ਜਿਹੜੀ ਉਹਦੀ ਰਿਪੋਰਟਸ ਭੇਜੋ ਤਾਂ ਕਿ ਅਸੀਂ ਦੇਖੀਏ ਕਿ ਤੁਹਾਡੀ ਮੈਨੇਜਮੈਂਟ ਜਿਹੜੀ ਹੈ ਡਾਇਬਟੀਜ਼ ਦੀ ਹੋ ਰਹੀ ਹੈ ਕਿ ਨਹੀਂ ਹੋ ਰਹੀ। ਤਾਂ ਇੱਕ ਜੀ ਜੀ ਜੋ ਡਾਕਟਰ ਸਾਹਿਬ ਨੇ ਇੱਥੇ ਟੈਸਟ ਕਰੇ ਨੇ, ਕਿਆ ਕਦੇ ਕਿਸੇ ਡਾਕਟਰ ਨੇ ਤੁਹਾਨੂੰ ਪਹਿਲਾਂ ਵੀ ਉਹ ਟੈਸਟ ਦੱਸੇ ਨੇ? ਟੈਸਟ ਤਾਂ ਰੂਟੀਨ ਦੇ ਵਿੱਚ ਕਰਵਾਉਂਦੇ ਹੀ ਹੈ, ਮਤਲਬ ਟੈਸਟ ਅਲੱਗ ਚੀਜ਼ ਹੈ। ਜਿਹੜੇ ਜਿਵੇਂ ਹੁਣ ਅੱਖਾਂ ਦੇ ਟੈਸਟ ਬਾਰੇ ਜਾਂ ਕਿਡਨੀ ਬਾਰੇ ਜਾਂ ਕੁਝ ਹੋਰ ਜਿਹਾ ਜਿਵੇਂ ਇੱਥੇ ਦੇਖਿਆ ਜਾ ਰਿਹਾ, ਸਾਨੂੰ ਪੇਸ਼ੈਂਟਸ ਨੇ ਦੱਸਿਆ, ਸੋ ਉਸ ਦੀ ਕਦੇ ਤੁਹਾਡਾ ਟੈਸਟ ਤੁਸੀਂ ਪਹਿਲਾਂ ਵੀ ਕਦੇ ਕਰਵਾਏ ਨੇ? ਕਿਸੇ ਡਾਕਟਰ ਨੇ ਵੀ ਕਿਹਾ ਟੈਸਟ ਕਰਵਾਉਣਾ ਇੱਕ ਅਲੱਗ ਗੱਲ ਹੈ, ਵੈਲਿਊਜ਼ ਨੂੰ ਲੈ ਕੇ ਚੱਲਣਾ ਇੱਕ ਅਲੱਗ ਗੱਲ ਹੈ, ਤੇ ਉਹਨਾਂ ਬਾਰੇ ਡਿਟੇਲ ਦੇ ਵਿੱਚ ਡਿਸਕਸ਼ਨ ਔਰ ਤੁਹਾਨੂੰ ਉਹਦੀ ਜਾਣਕਾਰੀ ਦੇਣਾ ਉਹ ਇੱਕ ਅਲੱਗ ਗੱਲ ਹੈ। ਉਹ ਡਾਕਟਰ ਸਾਹਿਬ ਜਿਵੇਂ ਹੁਣ ਇੱਥੇ ਮੈਂ ਮੈਡੀਸਨ ਦੀ ਗੱਲ ਕਰ ਰਿਹਾ ਸੀ ਤਾਂ ਬਹੁਤ ਵਧੀਆ ਤਰੀਕੇ ਨਾਲ ਸਮਝਾ ਰਹੇ ਸੀ ਕਿ ਆਪਣਾ ਰੀਨਲ ਜਿਹੜਾ ਹੈਗਾ, ਜਿਹੜਾ ਆਪਣਾ ਕਿਡਨੀ ਦੀ ਫਿਲਟਰੇਸ਼ਨ ਰੇਟ ਦੇ ਮੁਤਾਬਿਕ ਜਿਹੜਾ ਤੁਹਾਨੂੰ ਡਰੱਗਸ ਲੱਗਣੀਆਂ ਚਾਹੀਦੀਆਂ। ਇਹ ਨਹੀਂ ਹੈ ਕਿ ਆਪਾਂ ਕਿਤੋਂ ਵੀ ਜਾ ਕੇ ਇੱਕ 10 ਰੁਪਏ ਦਾ ਪੱਤਾ ਲਈਏ ਤੇ ਆਪਾਂ ਉਹ ਮੈਡੀਸਨ ਜਿਹੜੀ ਆਪਦੀ ਸ਼ੂਗਰ ਮੈਨੇਜਮੈਂਟ ਦੇ ਵਿੱਚ ਲੈ ਲਈਏ, ਉਹ ਨਹੀਂ ਆਪਾਂ ਕਰਨਾ। ਹਾਂਜੀ ਸੋ ਸਰ ਤੁਸੀਂ ਸਾਡੇ ਦਰਸ਼ਕਾਂ ਨੂੰ ਕੀ ਸੰਦੇਸ਼ ਦਿਓ? ਸਰ ਮੈਂ ਤਾਂ ਇਹ ਕਹੂੰਗਾ ਕਿ ਤੁਸੀਂ ਜਿਹੜਾ ਹੈ ਆਪਦੀ ਡਾਇਬਟੀਜ਼ ਨੂੰ ਮੈਨੇਜ ਕਰਨ ਪਿੱਛੇ, ਔਰ ਮੈਂ ਸਾਰੇ ਡਾਕਟਰਸ ਨੂੰ ਵੀ ਇਹੀ ਰਿਕੁਐਸਟ ਕਰੂੰਗਾ ਕਿ ਆਪਦੇ ਪੇਸ਼ੈਂਟਸ ਦਾ ਤੁਸੀਂ ਖੁਦ ਵੀ ਧਿਆਨ ਰੱਖਣਾ ਔਰ ਪੇਸ਼ੈਂਟਸ ਨੇ ਵੀ ਪ੍ਰੋਪਰ ਫੋਲੋ ਕਰੋ।
अपने डॉक्टर को जाओ और सीआर डायबिटिक केयर है मेरा फर्स्ट विजिट है और मैं जिवें फीडबैक लैके आया तो मैनूं लगता है कि इत्थे मेरी बेटर मैनेजमेंट होगी। हाँ जी, थैंक यू। ਨਿਊਜ਼ ਇੰਡੀਆ ਟਾਈਮ ਲਈ ਖਰੜ ਤੋਂ ਕੈਮਰਾਮੈਨ ਆਕਾਸ਼ਦੀਪ ਦੇ ਨਾਲ ਚੰਦਰ ਨਾਗਪਾਲ ਦੀ ਵਿਸ਼ੇਸ਼ ਰਿਪੋਰਟ।